ਤੁਹਾਨੂੰ ਅੱਜ ਇਸ ਕਰਕੇ ਤਕਲੀਫ ਦਿੱਤੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਵੇਂ ਪਹਿਲਾਂ ਜਾਖੜ ਸਾਹਿਬ ਔਰ ਮੈਂ ਨਾਲ ਉਹਨਾਂ ਦੇ ਬੈਠ ਕੇ ਤੇ ਐਮਐਲਏ ਸਾਹਿਬ ਜਿਹੜੇ ਸੀ ਸਾਡੇ ਬੈਠੇ ਸੀਗੇ, ਉਹਨਾਂ 'ਚ ਜਿਹੜੀ ਉਹਨਾਂ ਪਹਿਲੀਆਂ ਗੱਲਾਂ ਕੀਤੀਆਂ ਅਤੇ ਉਹਦੇ ਬਾਅਦ ਕਿਹਾ ਸੀ ਕਿ ਜਿਹੜੀ ਅਗਲੀ ਕਰਾਂਗੇ ਅਤੇ ਉਹਦੇ ਬਾਰੇ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆ। ਮੈਂ ਇੱਕ ਚੀਜ਼ ਕੱਲ੍ਹ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਮੈਂ ਦੇਖ ਰਿਹਾ ਸੀ ਔਰ ਉਹਦੇ ਉੱਤੇ ਜੋ ਐਲੀਗੇਸ਼ਨ 2007 ਤੋਂ ਲੈ ਕੇ 2014 ਤੱਕ ਜਾਂ 17 ਤੱਕ ਜਦੋਂ ਤੱਕ ਇਹ ਕੇਸ ਚੱਲਦੇ ਰਹੇ ਨੇ, ਉਹਨਾਂ ਦੇ ਵਿੱਚ ਇੱਕ ਵਾਰੀ ਵੀ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਔਰ ਅੱਜ ਤੱਕ ਕਿਸੇ ਬਾਰੇ ਵੀ ਆਪਣੀ ਕਲੈਰੀਫਿਕੇਸ਼ਨ ਨਹੀਂ ਦਿੱਤੀ ਕਿ ਇਹ ਜਿਹੜੇ ਇਲਜ਼ਾਮ ਲੱਗ ਰਹੇ ਨੇ ਇਹ ਝੂਠੇ ਨੇ, ਬੇਬੁਨਿਆਦ ਨੇ। ਔਰ ਉਹਦੇ ਵਿੱਚ ਚੰਦੂਮਾਜਰਾ ਸਾਹਿਬ ਜਾਂ ਭੁੰਦੜ ਸਾਹਿਬ ਜਿਹੜੇ ਬਹੁਤ ਸੀਨੀਅਰ ਲੀਡਰ ਨੇ ਉਹਨਾਂ ਦੀ ਆਉਣਾ ਪਿਆ। ਅਤੇ ਨਾਲ ਹੀ ਤੁਸੀਂ ਦੇਖਿਆ ਹੋਣਾ ਕਿ ਭੁੰਦੜ ਸਾਹਿਬ ਨੇ ਅਤੇ ਉਹਨਾਂ ਨੇ ਚੰਦੂਮਾਜਰਾ ਸਾਹਿਬ ਨੇ ਜਿਹੜਾ ਜਗਬਾਣੀ ਦੇ ਵਿੱਚ ਉਹਨਾਂ ਨੇ ਤਾਂ ਆਪ ਉਸ ਵੇਲੇ ਵੈਲਕਮ ਕੀਤਾ ਸੀ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਜਵਾਬ ਬਣਦਾ ਸੀ ਇਹ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਬਣਦਾ ਕਿ ਉਹ ਆਣ ਕੇ ਲੋਕਾਂ ਦੇ ਸਾਹਮਣੇ ਆਪਣੀ ਕਲੈਰੀਫਿਕੇਸ਼ਨ ਦੇਣ ਕਿ ਅਸੀਂ ਉਸ ਟਾਈਮ ਕੀ ਕੀਤਾ। ਮੈਂ ਤੁਹਾਨੂੰ ਇਹ ਹੁਣ ਦੱਸਣਾ ਚਾਹੁੰਦਾ ਕਿ ਅਕਾਲੀ ਬੀਜੇਪੀ ਸਰਕਾਰ ਨੇ ਕਿਵੇਂ ਦੋਨਾਂ ਹੀ ਪਾਰਟੀਆਂ ਨੇ ਕਿਵੇਂ ਡੇਰਾ ਮੁਖੀ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ। 2015 'ਚ ਇਨਵੈਸਟੀਗੇਸ਼ਨ ਜਿਹੜੀ CBI ਨੂੰ ਦਿੱਤੀ ਗਈ ਸੀ, 2018 ਤੱਕ ਇਨਵੈਸਟੀਗੇਸ਼ਨ 3.5 ਸਾਲ CBI ਨੇ ਉਹਦੇ 'ਤੇ ਕੁਛ ਵੀ ਨਹੀਂ ਕੀਤਾ ਔਰ ਕਿਸੇ ਪਾਸੇ ਨਹੀਂ ਲਾਇਆ, ਨਾ ਕੋਈ ਚਲਾਨ ਪੇਸ਼ ਕੀਤਾ, ਨਾ ਕਿਸੇ ਨੂੰ ਕੱਢਿਆ ਅਤੇ ਨਾ ਕਿਸੇ ਨੂੰ ਉਹਦੇ 'ਚ ਇਨਵੋਲਵ ਕੀਤਾ। ਇਨ ਦਾ ਮੀਨ ਟਾਈਮ ਸਾਡੀ ਜਿਹੜੀ ਪੰਜਾਬ ਦੀ ਗਵਰਨਮੈਂਟ ਨੇ ਇਹਨਾਂ ਨੇ ਸ਼ੁਰੂ ਕਰ ਦਿੱਤੀ ਆਪਣੀ ਲਿਖ ਭੇਜਿਆ ਕਿ 6/9/2018 ਨੂੰ CBI ਕੋਲੋਂ ਇਨਵੈਸਟੀਗੇਸ਼ਨ ਜਿਹੜੀ ਆ ਅਸੀਂ ਕਿਹਾ ਕਿ ਵਿਧਾਨ ਸਭਾ 'ਚ ਪਾਸ ਕੀਤਾ ਅਤੇ CM ਸਾਹਿਬ ਨੇ ਲਿਖ ਕੇ ਭੇਜਿਆ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹ ਜਿਹੜੀ ਅਸੀਂ CBI ਕੋਲ ਵਾਪਸ ਲੈਂਦੇ ਹਾਂ ਔਰ ਜਿਹੜੀ ਪੰਜਾਬ ਪੁਲਿਸ ਆ ਉਹ ਇਹਦੀ ਇਨਵੈਸਟੀਗੇਸ਼ਨ ਕਰੇਗੀ। ਅਤੇ ਉਹਦੇ ਬਾਅਦ ਹਾਈ ਕੋਰਟ ਦਾ ਪੇਜ ਨੰਬਰ 21, 22, 23 ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜੋ ਇਹਨਾਂ ਨੇ 21 'ਚ ਇਹਨਾਂ ਨੇ ਕਿਹਾ CBI ਵੱਲੋਂ ਕਿ CBI ਨੇ ਜਿਹੜੀ ਕੇਸ ਡਾਇਰੀ ਹੈ ਉਹਨਾਂ ਨੇ 25 ਜਨਵਰੀ 2009 ਦੀ ਜਿਹੜੀ 19 ਦੀ ਜਜਮੈਂਟ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ, ਉਹਦੇ 'ਚ ਕਿਹਾ ਬਿਸਾਈਡਸ during the course of hearing this court called for the case diary of the CBI and the pursued the same. It was evident that investigation in the case had hardly made any headway. ਕਹਿੰਦੇ ਕਿ ਇਹਦੇ 'ਚ ਅਜੇ ਤੱਕ ਕੁਛ ਕੀਤਾ ਹੀ ਨਹੀਂ CBI ਨੇ, ਇਹ ਇਹਨਾਂ ਦੀ ਕਹਿ ਰਹੀ ਹੈ। ਅਗਲੇ ਪਾਸੇ 22 ਨੰਬਰ ਪੇਜ ਕਿਹਾ in the instant case the CBI did not seriously oppose the withdrawal of cause. ਉੱਥੇ ਸੀਰੀਅਸਲੀ CBI ਨੇ ਉਹਨੂੰ ਵਿਡਰਾਅ ਕਰਨ ਲਈ ਵੀ ਇਹ ਨਹੀਂ ਕਿਹਾ। ਇਹ ਕੋਰਟ ਦੀ ਜਜਮੈਂਟ ਆ ਜਿਹਦੀ ਜਜਮੈਂਟ ਜਿਹੜੀ ਉਦੋਂ ਦੀ ਲਿਖੀ ਗਿਆ। ਨਾਲ ਹੀ ਉਹਨਾਂ ਨੇ ਕਿਹਾ ਔਨ ਦਾ ਸਪੈਸੀਫਿਕ ਕੁਐਰੀ being put to the CBI counsel about the status of investigation despite lapse of almost 3 years, no clear answer was forthcoming. ਕਿ CBI ਨੇ ਇਹਦੇ 'ਤੇ ਆਪਣਾ ਕੋਈ ਕਲੀਅਰ ਜਿਹੜਾ ਜਵਾਬ ਵੀ ਇਹਨਾਂ ਨੂੰ ਨਹੀਂ ਦਿੱਤਾ ਕਿ ਕਿਉਂ ਅਸੀਂ ਅਜੇ ਤੱਕ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂ ਅਸੀਂ ਕਿਉਂ ਨਹੀਂ ਅਪੋਜ਼ ਕੀਤੀ। ਇਹ ਚੀਜ਼ ਹੈ ਜਿਹੜੀ ਇਹਨਾਂ ਕੋਲ, ਇਹ ਤੁਹਾਨੂੰ ਮੈਂ ਬਾਅਦ 'ਚ ਇਹ ਸਾਰੇ ਮੈਂ ਕਾਪੀਆਂ ਦੇਵਾਂਗਾ ਤਾਂ ਕਿ ਅਕਾਲੀ ਦਲ ਜਦੋਂ ਕੋਈ ਗੱਲ ਕਰੇ ਅਤੇ ਉਹਨਾਂ ਦੇ ਕੋਲ ਇਹ ਉਹਨਾਂ ਨੂੰ ਤੁਸੀਂ ਐਵੀਡੈਂਸ ਜਿਹੜੀ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ ਕਿ ਆਹ ਕੋਰਟ ਕਹਿੰਦੀ ਹੈ, ਆਹ ਤੁਸੀਂ ਕਹਿ ਰਹੇ ਹੋ। ਉਹਦੇ ਬਾਅਦ ਅਚਾਨਕ CBI 4 ਜੁਲਾਈ 2019 ਨੂੰ ਇਹ ਤੁਹਾਡਾ ਜਿਹੜਾ ਫੈਸਲਾ ਵਾ 25 ਜਨਵਰੀ 2019 ਦਾ, ਅਤੇ ਉਹਦੇ 5 ਮਹੀਨਿਆਂ ਬਾਅਦ 4 ਜੁਲਾਈ 2019 ਨੂੰ CBI ਇਮੀਡੀਏਟਲੀ ਕਲੋਜ਼ਰ ਰਿਪੋਰਟ ਜਿਹੜੀ ਹੈ ਸਬਮਿਟ ਕਰ ਦਿੱਤੀ। ਉਹਦੇ 'ਚ ਇਹਨਾਂ ਨੇ ਕੋਈ ਅਪੋਜ਼ ਨਹੀਂ ਕੀਤਾ ਜਿਹੜੇ ਹਾਈ ਕੋਰਟ 'ਚ ਜਦੋਂ ਉਹਨਾਂ ਨੇ ਕਿਹਾ, ਅਤੇ ਉਹਦੇ ਬਾਅਦ ਇਮੀਡੀਏਟਲੀ ਇਹਨਾਂ ਨੇ ਕੋਰਟ ਜਿਹੜੀ ਆ ਮੈਂ ਉਹਨੂੰ ਕਲੋਜ਼ਰ ਰਿਪੋਰਟ ਕਰਦੇ, ਨਾ ਕਿਸੇ 'ਤੇ ਇਹਨਾਂ ਨੇ ਇਨਕੁਆਇਰੀ ਕੀਤੀ, ਨਾ ਕਿਸੇ ਨੂੰ ਫੜਿਆ, ਨਾ ਕਿਸੇ ਨੂੰ ਇਨਵੈਸਟੀਗੇਸ਼ਨ ਹੋਈ। ਅਤੇ ਉਹਦੇ ਵਿੱਚ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ ਕਿ ਜਿਹੜੀ ਪੰਜਾਬ ਦੀ ਸਿਟ ਸੀਗੀ ਉਹਨੇ ਜਿਹੜੇ ਬੰਦੇ ਸੀ ਜਿਹਨਾਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਅਰੈਸਟ ਕੀਤਾ, ਉਹਨਾਂ ਦੇ ਚਲਾਨ ਪੇਸ਼ ਕਰ ਦਿੱਤੇ, ਉਹਨਾਂ ਦੀ ਬਾਅਦ 'ਚ ਕੋਰਟਾਂ ਵਿੱਚ ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਣ ਤੋਂ ਬਾਵਜੂਦ ਅਤੇ ਇਹਦੇ ਵਿੱਚ ਸਾਡੇ ਅੱਗੇ ਸਿਰਫ ਅਕਾਲੀ ਦਲ ਅਤੇ ਜਿਹੜੀ BJP ਆ ਇਹ ਦੋਨੋਂ ਅੜਿੱਕੇ ਡਾ ਰਹੇ ਨੇ।
ਅੱਜ ਜਿੱਥੇ ਆਪਾਂ ਇਹ ਕਹਿੰਦੇ ਕਿ ਗੁਰੂ ਸਾਹਿਬ ਦੀ ਬੇਅਦਬੀ ਬਾਰੇ ਗੱਲ ਕਰਦੇ ਹਾਂ, ਅਕਾਲੀ ਦਲ ਹਮੇਸ਼ਾ ਇਹ ਕਹਿੰਦੇ ਕਿ ਸਾਡੀ ਪੰਥਕ ਪਾਰਟੀ ਆ, ਅਤੇ ਪੰਥਕ ਪਾਰਟੀ ਜਿਹਦੇ 'ਚ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਇਹ ਵੋਟਾਂ ਮੰਗਦੇ ਰਹੇ ਨੇ। ਔਰ ਹਮੇਸ਼ਾ ਹੀ ਕਾਂਗਰਸ ਨੂੰ, ਮੈਨੂੰ ਬੜੀ ਹੈਰਾਨਗੀ ਜਦੋਂ ਇਹ ਕਹਿ ਦਿੰਦੇ ਆ ਕਿ ਜੀ ਆਹ ਬੰਦਾ ਨਿਊਜ਼ 18 ਵਾਲੇ ਇੰਟਰਵਿਊ ਕਰ ਰਹੇ ਆ ਅਤੇ ਕਹਿ ਰਹੇ ਆ ਜੀ ਕਿ ਇਹਨੂੰ ਭੇਜਿਆ ਜੀ ਕਾਂਗਰਸ ਨੇ ਭੇਜਿਆ। ਇਹਦਾ ਮਤਲਬ ਜਿਹੜਾ ਐਂਕਰ ਸੀ ਜਾਂ ਜਿਹੜਾ ਇਹਦਾ ਚੈਨਲ ਸੀਗਾ, ਇਹਦਾ ਮਤਲਬ ਕਾਂਗਰਸ ਦੇ ਕਹਿਣ 'ਤੇ ਚੱਲਦਾ ਕਿ ਉਹਨਾਂ ਨੇ ਵੀਰਪਾਲ ਕੌਰ ਸੱਦੀ ਅਤੇ ਉਹਦੇ ਕੋਲ ਸਟੇਟਮੈਂਟ ਦਵਾ ਦਿੱਤੀ। ਇਹ ਜਿਹੜੇ ਬੇਬੁਨਿਆਦ ਗੱਲਾਂ ਕਰਦੇ ਨੇ, ਉਹ ਮੇਰੇ ਖਿਆਲ ਉਹਨਾਂ ਦੀ ਜਾਂ ਤਾਂ ਸੋਚਣ ਸ਼ਕਤੀ ਖਤਮ ਹੋ ਗਈ ਹੈ, ਅਤੇ ਜਾਂ ਵੈਸੇ ਜਿਹੜੀ ਕਿ ਇੰਨਾ ਕੁ ਕੁਝ ਕਰ ਬੈਠੇ ਨੇ ਇਹਨਾਂ ਦੇ ਡੇਰੇ ਵਾਲਿਆਂ ਦੇ ਨਾਲ ਰਲ ਕੇ ਵੋਟਾਂ ਲੈਣ ਲਈ, ਅਤੇ ਉਹਨਾਂ ਦੀ ਮਦਦ ਕਰਦੇ ਰਹੇ। ਇਹ ਹੁਣ ਤੁਹਾਨੂੰ ਜਿਹੜੀ ਤੋਂ ਕਰਦਾ ਕਿ 2007 'ਚ FIR ਦਰਜ ਹੁੰਦੀ ਆ ਕਿ ਜਿਹੜੀ ਪੋਸ਼ਾਕ ਪਾਈ ਆ, ਸਵਾਂਗ ਰਚਿਆ ਗੁਰੂ ਸਾਹਿਬ ਦਾ। ਅਕਾਲੀ ਦਲ ਨੇ 4.5 ਸਾਲ 2007 ਤੋਂ ਲੈ ਕੇ 4.5 ਸਾਲ ਤੱਕ ਕੋਈ ਚਲਾਨ ਪੇਸ਼ ਨਹੀਂ ਕੀਤਾ। ਅੱਜ ਜੇ ਆਪਾਂ ਗੱਲ ਕਰੀਏ ਕਿ ਉੱਥੇ ਬਠਿੰਡਾ ਜਿਹੜੀ ਕੋਤਵਾਲੀ ਪੁਲਿਸ ਸਟੇਸ਼ਨ ਹੈ, ਉਹਦੇ 'ਚ ਜਿਹੜੀ ਡਰੈਸ ਆ, ਜਿਹੜਾ ਪੋਸ਼ਾਕ ਆ, ਔਰ ਜਿਹੜੀ ਕਲਗੀ ਆ, ਅੱਜ ਵੀ ਉੱਥੇ ਜਮ੍ਹਾਂ। ਉੱਥੇ ਇਹਨਾਂ ਦਾ ਡੇਰਾ ਉੱਥੇ ਅੱਜ ਵੀ ਸਲਾਬਤਪੁਰੇ ਉਹਦਾ ਜਿਹੜਾ ਕੜਾਏ ਦੇ ਵਿੱਚ ਉਹ ਜਾਮੀ ਇਨਸਾ ਜਿਹੜਾ ਤਿਆਰ ਕੀਤਾ, ਅੱਜ ਵੀ ਉੱਥੇ ਪਿਆ। ਅਤੇ ਉਹਦੇ 'ਚ ਅਚਾਨਕ 2000 ਵੋਟਾਂ ਤੋਂ 3 ਦਿਨ ਪਹਿਲਾਂ ਕੈਂਸਲੇਸ਼ਨ ਰਿਪੋਰਟ ਜਿਹੜੀ ਫਾਈਲ ਕਰ ਦਿੱਤੀ ਜਾਂਦੀ ਆ। ਇਹ ਇੱਥੋਂ ਤੱਕ ਇਹ ਹੈ ਕਿ 3 ਦਿਨ ਪਹਿਲਾਂ, ਕਿ 4.5 ਸਾਲ 'ਤੇ ਆਪਾਂ ਕੋਈ ਗੱਲ ਨਹੀਂ ਕਰਦੇ, 3 ਦਿਨ ਪਹਿਲਾਂ ਜਿਹੜੀ ਕੈਂਸਲੇਸ਼ਨ ਰਿਪੋਰਟ ਉਹ ਡਿਪਾਰਟਮੈਂਟ ਕਰ ਰਿਹਾ ਜਿਹਦਾ ਹੈੱਡ ਸੁਖਬੀਰ ਸਿੰਘ ਬਾਦਲ ਹੈ, ਕਿਉਂਕਿ ਹੋਮ ਮਿਨਿਸਟਰ ਉਹ ਆ, ਉਹਦੇ SHO। ਉਹਦੇ 'ਚ ਤੁਹਾਨੂੰ ਉਸ ਦਿਨ ਅਸੀਂ ਜਿਹੜੀਆਂ ਰਿਪੋਰਟਾਂ ਨੇ, ਜਿਹੜੀਆਂ ਕਿਵੇਂ ਜਿਹੜੀ ਜੱਜਮੈਂਟ ਜਿਹੜੀ ਆ, ਉਹ ਵੱਖ-ਵੱਖ ਫਾਈਨਲ ਜੱਜਮੈਂਟ 'ਚ ਆ ਹੋਇਆ। ਪਹਿਲਾ ਐਫੀਡੇਵਿਟ, ਦੂਜਾ ਐਫੀਡੇਵਿਟ, ਤੀਜਾ ਐਫੀਡੇਵਿਟ ਉਦੋਂ ਜਾਖੜ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਸਾਰਾ ਹੀ ਕਿ ਪਹਿਲਾ IG ਨੇ ਪਟਿਆਲਾ ਜ਼ੋਨ ਨੇ ਇਨਕੁਆਇਰੀ ਕੀਤੀ ਕਿ ਇਹ ਕੇਸ ਬਣਦਾ। ਉਹਦੇ ਬਾਅਦ ਹਾਈ ਕੋਰਟ 'ਚ ਜਵਾਬ ਦਿੱਤਾ ਗਿਆ। ਹਾਈ ਕੋਰਟ ਤੋਂ ਬਾਅਦ ਗਵਰਨਰ ਸਾਹਿਬ ਨੇ ਇਹਦੀ ਅਪਰੂਵਲ ਦਿੱਤੀ ਕਿ 295 298 153 ਦੇ ਅਗੇਂਸਟ FIR ਜਿਹੜੀ ਦਰਜ ਕੀਤੀ ਜਾਂਦੀ ਹੈ। ਅਤੇ ਉਹਦੇ ਬਾਅਦ 4.5 ਸਾਲ ਬਾਅਦ ਇਮੀਡੀਏਟਲੀ ਇਹਦਾ ਮਤਲਬ ਗਵਰਨਰ ਵੀ ਗਲਤ, IG ਗਲਤ, ਉੱਥੋਂ ਦਾ SSP ਵੀ ਗਲਤ, ਇਹ ਸਾਰਿਆਂ ਕਰਕੇ ਉਹਦੀ ਕੈਂਸਲੇਸ਼ਨ ਰਿਪੋਰਟ ਪੂਰੀ ਕਰ ਦਿੱਤੀ। ਉਹਦੇ 'ਚ ਕੈਂਸਲੇਸ਼ਨ ਰਿਪੋਰਟ 'ਚ ਇਹ ਲਿਖਿਆ ਜਾਂਦਾ ਕਿ ਸਲਾਬਤਪੁਰੇ ਜਿਹੜਾ ਫੰਕਸ਼ਨ ਹੋਇਆ ਹੀ ਨਹੀਂ। ਕਹਿੰਦੇ ਜੀ ਇਹੋ ਜਿਹੀ ਕੋਈ ਗੱਲ ਹੀ ਸਲਾਬਤਪੁਰ 'ਚ ਨਹੀਂ ਹੋਈ। ਜਿਹੜੀ ਕੈਂਸਲੇਸ਼ਨ ਭਰੀ ਹੈ SHO ਨੇ, ਉਹਦੇ 'ਚ ਲਿਖਿਆ ਕਿ ਉੱਥੇ ਸਲਾਬਤਪੁਰੇ 'ਚ ਉਸ ਦਿਨ ਕੋਈ ਇਹੋ ਜਿਹਾ ਹੋਇਆ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨੇ ਬਾਬੇ ਨੇ ਅਜੀਤ ਔਰ ਜਗਬਾਣੀ 'ਚ ਪੂਰੇ ਆਪਣੇ 47 ਜਿਹੜੇ ਉਹਦੇ ਹੈਗੇ ਸੀਗੇ ਪੁਆਇੰਟ ਕਿ ਅਸੀਂ ਆਹ ਕਰਾਂਗੇ। ਜਿਹੜਾ ਉਹਨੇ ਜਾਮੀ ਇਨਸਾ ਕਿਹਾ, ਅਤੇ ਉਹਦੇ ਕਿਹਾ ਕਿ ਜਿੱਥੇ ਸਿੱਖ ਜਿਹੜੇ ਨੇ ਕਿਰਪਾਨ ਪਾਉਂਦੇ ਆ, ਮੇਰੇ ਜਿਹੜੇ ਸ਼ਰਧਾਲੂ ਨੇ ਲੋਕਟ ਪਾਉਣਗੇ। ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਇੱਕ ਹੋਮ ਮਿਨਿਸਟਰ ਉਸ ਟਾਈਮ ਦਾ, ਉਹਦਾ ਡਿਪਾਰਟਮੈਂਟ, ਉਹਦਾ SHO ਔਰ ਬਿਨਾਂ ਕਿਸੇ ਵੈਰੀਫਿਕੇਸ਼ਨ ਦੇ ਇਹ ਕਹਿ ਦੇ ਕਿ ਅਸੀਂ ਉੱਥੇ ਉਸ ਦਿਨ ਉਹ ਹੋਇਆ ਨਹੀਂ। ਫਿਰ ਉਹਦੀ ਮਤਲਬ ਕਿ ਉੱਥੇ ਤੁਹਾਨੂੰ ਪਤਾ ਕਿ ਉੱਥੇ ਰਾਈਟਸ ਵੀ ਹੋਏ, ਇੱਕ ਦੂਜੇ ਨਾਲ ਉੱਥੇ ਡਾਂਗਾਂ ਵੀ ਚੱਲੀਆਂ, ਅਰੈਸਟ ਵੀ ਹੋਈਆਂ, ਔਰ ਕਈ ਦਿਨ ਸਲਾਬਤਪੁਰੇ ਧਰਨੇ ਲੱਗਦੇ ਰਹੇ। ਇਹਦਾ ਮਤਲਬ ਸਾਰਾ ਕੁਝ ਵੀ ਕਰਨ ਦੇ ਬਾਵਜੂਦ ਅਕਾਲੀ ਦਲ ਨੇ ਵੋਟਾਂ ਲੈਣ ਦੀ ਉਹ ਕੀਤਾ। ਜਿਹੜਾ ਮਹਿਕਮਾ ਉਹ ਤਾਂ ਪਤਾ ਤੁਹਾਨੂੰ ਕਿ ਸੁਖਬੀਰ ਬਾਦਲ ਦਾ, ਇਹੀ ਮੈਂ ਕਹਿ ਰਿਹਾ ਕਿ ਕੱਲ੍ਹ ਦੀ ਕਾਨਫਰੰਸ, ਉਹਦੇ ਵਿੱਚ ਸਿਰਫ ਉਹਦੇ ਗਵਰਨਮੈਂਟ ਆਫ ਇੰਡੀਆ ਦੀ ਪ੍ਰੇਜ਼ ਕਰਨ 'ਤੇ ਲਾ ਦਿੱਤਾ ਕਿ ਅਸੀਂ ਜੀ ਉਹਨੂੰ ਜਿਹੜੀ ਹੈਗੀ ਹੈ MSP ਉਹਨੂੰ ਨਹੀਂ ਹਟਣ ਦਿਆਂਗੇ। ਮੈਂ ਤਾਂ ਇਹੋ ਪੁੱਛਣਾ ਚਾਹੁੰਦਾ ਕਿ ਮੱਕੀ ਦੇ ਉੱਤੇ ਮੈਨੂੰ ਬੜੀ ਹੈਰਾਨਗੀ ਹੋਈ ਆ। ਕੱਲ੍ਹ ਕਹਿੰਦਾ ਕਿ ਪੰਜਾਬ ਗਵਰਨਮੈਂਟ ਦਾ ਫੇਲੀਅਰ ਆ ਕਿ ਮੱਕੀ ਨੂੰ ਪਰਚੇਜ਼ ਨਹੀਂ ਕਰ ਸਕੇ। ਦੇਣੀ MSP ਗਵਰਨਮੈਂਟ ਆਫ ਇੰਡੀਆ ਨੇ, ਅਤੇ ਪਰਚੇਜ਼ ਕਰੇਗੀ ਪੰਜਾਬ ਗਵਰਨਮੈਂਟ। ਉਹਦਾ ਜਿਹੜਾ ਡਿਫਰੈਂਸ ਆ ਉਹ ਕੌਣ ਦੇਗਾ? ਗਵਰਨਮੈਂਟ ਆਫ ਇੰਡੀਆ ਦਾ ਅਸੀਂ ਤਾਂ ਹੁਣੇ ਸਾਰੀ ਖਰੀਦ ਲਾਂਗੇ। ਇਹ ਜਿਹੜੀ ਲੋਕਾਂ ਨੂੰ ਇਹੋ ਜਿਹੇ ਗੁੰਮਰਾਹ ਕਰਨ ਵਾਲੀਆਂ ਨੇ। 600 ਰੁਪਏ ਉਹਦਾ 1800 ਰੇਟ ਹੈ MSP। ਜਿਹੜੀਆਂ ਪਹਿਲੀਆਂ ਨੇ, ਜਿਵੇਂ ਬਾਕੀ ਚੀਜ਼ਾਂ ਨੇ, ਦਾਲਾਂ ਨੇ, ਉਹਨਾਂ ਦੇ ਉੱਤੇ ਅਜੇ ਤੱਕ ਗਵਰਨਮੈਂਟ ਆਫ ਇੰਡੀਆ ਨੇ ਕਦੀ MSP ਕਹੀ ਨਹੀਂ। ਅਤੇ ਜੇ ਇਹ ਚੀਜ਼ ਹੈਗੀ ਤਾਂ ਉਹ ਜਿਹੜੇ ਕਿਸਾਨ ਨੇ ਉਹ ਫਾਰਮ ਜੇ ਅਸੀਂ ਉਹਨਾਂ ਨੂੰ ਰਿਲੀਜ਼ ਕਰ ਦਿੰਦੇ ਤਾਂ ਉਹਨਾਂ ਦਾ ਡਿਫਰੈਂਸ ਦਵਾਈ ਜਾਏ, ਕਿਉਂਕਿ ਗਵਰਨਮੈਂਟ ਜਿਹੜੀ ਫਾਰਮ ਜੇ ਤੇ ਉਹਨਾਂ ਕੋਲ ਜਿਹੜੀ ਜਿੱਥੇ ਕੋਈ ਮੱਕੀ ਵੇਚੀ ਗਿਆ
ਇਹ ਕਰਕੇ ਸੁਖਬੀਰ ਬਾਦਲ ਜੇ ਇੱਥੇ ਝੂਠ ਬੋਲ ਸਕਦਾ ਕਿਸਾਨਾਂ ਨਾਲ, ਤੇ ਉਹ ਪਹਿਲਾਂ ਕਿਸਾਨਾਂ ਨਾਲ ਝੂਠ ਬੋਲਦੇ ਆ। ਇਹਦਾ ਤੇ ਇਹ ਤੁਹਾਨੂੰ ਮੈਂ ਤਾਂ ਚੀਜ਼ਾਂ ਦੇਣੀਆਂ ਕਿ ਤੁਸੀਂ ਨਾਲ ਲੈ ਕੇ ਜਾਓਗੇ। ਉਹਦੇ ਬਾਅਦ ਜਿਹੜੀ ਆ ਤੁਹਾਡੀ ਇਹਨੇ ਜਿਹੜੀ ਪ੍ਰੈਸ ਕਾਨਫਰੰਸ ਕੱਲ੍ਹ ਕੀਤੀ ਆ, ਇਹਦਾ ਜਵਾਬ ਮੈਂ ਇੱਥੇ ਇਹ ਤੁਹਾਨੂੰ ਮੰਡੇ ਨੂੰ ਦੇਵਾਂਗਾ ਕਿ ਇਹ ਕਿੱਥੇ ਕਿਤੇ ਝੂਠ ਬੋਲ ਰਹੇ ਨੇ ਤੇ ਕੀ ਕੀ ਕਰ ਰਹੇ ਨੇ, ਕੀ ਪੰਜਾਬ ਗੌਰਮੈਂਟ ਕਰ ਰਹੀ ਹੈ। 3 ਵਾਰ ਕੈਂਸਲੇਸ਼ਨ ਰਿਪੋਰਟ ਪੇਸ਼ ਹੋ ਗਈ, CGM ਦੇ ਹੋਈ, ਮੁੜ ਕੇ ਐਡੀਸ਼ਨਲ ਸੈਸ਼ਨ ਜੱਜ ਦੇ ਹੋਈ, ਫਿਰ ਐਡੀਸ਼ਨਲ ਸੈਸ਼ਨ ਜੱਜ ਦੇ 3 ਵਾਰ ਇਹ ਕੈਂਸਲੇਸ਼ਨ ਰਿਪੋਰਟ ਜਿਹੜੀ ਰਿਜੈਕਟ ਹੋ ਗਈ ਕਿ ਇਹਨੂੰ ਐਕਸੈਪਟ ਨਹੀਂ ਕੀਤਾ ਜਾਂਦਾ। ਚੌਥੀ ਵਾਰ ਕੈਂਸਲੇਸ਼ਨ ਰਿਪੋਰਟ ਇਹਨਾਂ ਨੇ ਕੀਤੀ ਸੈਸ਼ਨ ਜੱਜ ਬਠਿੰਡਾ ਦੇ, ਜਿਹੜੀ ਉਹਨੂੰ ਜਾ ਕੇ ਐਕਸੈਪਟ ਕਰ ਲਿਆ ਜਾਂਦਾ। ਔਰ ਮੈਨੂੰ ਬੜੀ ਹੈਰਾਨਗੀ ਹੈ, ਜਿਹੜੀ ਮੈਂ ਕੈਂਸਲੇਸ਼ਨ ਰਿਪੋਰਟ ਪੜ੍ਹ ਰਿਹਾ ਸੀ ਉਹਦੇ 'ਤੇ ਜੱਜ ਸਾਹਿਬ ਨੇ ਬਹੁਤ ਜ਼ਿਆਦਾ ਇਹਨੂੰ ਕੀਤਾ ਕਿ ਬਾਬੇ ਬਾਰੇ ਕਿ 3-4 ਪੇਜ ਹੀ ਲਿਖ ਦਿੱਤੇ ਨੇ ਕਿ ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ, ਜੀ ਕਰ ਰਹੇ ਨੇ, ਉਹ ਕਰ ਰਹੇ ਨੇ। ਔਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ। ਸਭ ਤੋਂ ਵੱਡੀ ਜਿਹੜੀ ਮੈਂ ਗੱਲ ਤੁਹਾਨੂੰ ਅੱਜ ਦੱਸਣ ਲੱਗਾ ਕਿ ਆਹ ਮੇਰੇ ਕੋਲ ਕਾਗਜ਼ ਆ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਉਸੇ ਡਿਪਾਰਟਮੈਂਟ ਦੇ ਆਪ ਮੰਤਰੀ ਨੇ ਔਰ ਕਮੇਟੀ ਦੇ ਮੈਂਬਰ ਨੇ। ਉਹਦੇ 3 ਮੈਂਬਰ ਨੇ, ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਮੰਤਰੀ ਨੇ, ਇੰਚਾਰਜ ਨੇ ਇਹਦੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਡਿਪਾਰਟਮੈਂਟ ਦੇ, ਅਤੇ ਤੀਜੇ ਚਰਨਜੀਤ ਸਿੰਘ ਚੰਨੀ ਮੈਂਬਰ ਨੇ, MLA ਵਿਰੋਧੀ ਧਿਰ ਦੇ ਨੇਤਾ ਜਿਹੜੇ ਉਸ ਦਿਨ ਮੀਟਿੰਗ 'ਚ ਆਏ ਨਹੀਂ। ਇਹ ਸਰਵਿਸ ਰਾਈਟ ਟੂ ਸਰਵਿਸ ਐਕਟ ਦੀ ਮੈਂਬਰ ਨਾਮਜ਼ਦ ਕਰਨੇ ਸੀ। ਜਿਸ ਜੱਜ ਨੇ ਇਹ ਬਾਬੇ ਨੂੰ ਕੱਢਿਆ, ਕੈਂਸਲੇਸ਼ਨ ਰਿਪੋਰਟ ਐਕਸੈਪਟ ਕੀਤੀ, ਔਰ ਐਕਸੈਪਟ ਵੀ ਉਹ ਕੀਤੀ ਕਿ ਜਿਹਦੇ ਵਿੱਚ ਜਿਹੜਾ ਬੰਦਾ ਕੰਪਲੇਨੈਂਟ ਸੀ ਉਹ ਕਹਿੰਦਾ ਮੇਰੇ ਸਾਈਨ ਹੀ ਨਹੀਂ ਤਾਂ ਹਾਈ ਕੋਰਟ 'ਚ ਕੇਸ ਪਿਆ, ਉਹਨੂੰ ਵੀ ਨਹੀਂ ਮੰਨਣ ਨੂੰ ਤਿਆਰ ਸੁਖਬੀਰ ਬਾਦਲ। ਜਿਹੜੀ ਡਾਕੂਮੈਂਟਰੀ ਗੱਲ ਹੈ, ਜਿਹੜਾ ਹਾਈ ਕੋਰਟ ਦੇ ਵਿੱਚ ਖੜਾ ਅਤੇ ਉੱਥੇ ਉਹ ਕਹਿ ਰਿਹਾ ਕਿ ਮੇਰੇ ਸਾਈਨ ਜਿਹੜੇ ਆ ਗੌਰਮੈਂਟ ਜਿਹੜੀ ਹੈ ਇਹਨੂੰ ਟੈਸਟ ਕਰਵਾਏ, ਉਹਨੂੰ ਵੀ ਮੰਨਣ ਨੂੰ ਤਿਆਰ। ਉਹਦੀ ਵਾਈਫ ਨੂੰ ਸ਼੍ਰੀਮਤੀ ਕਮਲਦੀਪ ਭੰਡਾਰੀ 1 ਸਾਲ ਬਾਅਦ ਇਹ ਦੋਵੇਂ ਪਿਓ ਪੁੱਤ ਉਹਨੂੰ ਪਲੀਜ਼ ਕਰ ਲਈ ਕਿ ਤੁਸੀਂ ਜੱਜ ਸਾਹਿਬ ਬਾਬੇ ਨੂੰ ਤੁਸੀਂ ਛੱਡ ਦਿੱਤਾ ਅਤੇ ਅਸੀਂ ਉਸ ਏਵਜ ਦੇ ਵਿੱਚ ਤੁਹਾਡੀ ਵਾਈਫ ਨੂੰ ਜਿਹੜੇ ਆ ਕਮਿਸ਼ਨ ਦੀ ਮੈਂਬਰ ਨਿਯੁਕਤ ਕਰਦੇ। ਅਤੇ ਨਿਯੁਕਤੀ ਕਾਹਦੀ ਕੀਤੀ ਆ, ਐਮੀਨੈਂਟ ਲਾਇਰ ਦੇ ਵਿੱਚ ਕਿ ਜਿਹੜੇ ਕਿ ਪ੍ਰੋਮੀਨੈਂਟ ਜਿਹੜੇ ਵਕੀਲ ਨੇ ਉਹਨਾਂ ਦੇ ਵਿੱਚ। ਅਤੇ ਇਹਨਾਂ ਬੀਬੀ ਜੀ ਦਾ ਜਿਹੜਾ ਰਿਕਾਰਡ ਆ, ਜਿਹੜਾ ਅਸੀਂ ਕਿਹੜਾ ਤੁਹਾਨੂੰ ਇਹਦੇ 'ਤੇ ਭੇਜ ਵੀ ਦੇਵਾਂਗੇ। 2000 ਇਹਦੀ ਬਾਇਓਡਾਟਾ ਦੇਖੋ ਤੁਸੀਂ, ਬਾਕੀਆਂ ਦੇ ਵੀ ਦੇਖੋ ਕਿ ਉਹਨਾਂ ਨੇ ਲਿਖਿਆ ਕਿ ਅਸੀਂ ਇੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ। ਇਹ ਜੱਜ ਦੀ ਵਾਈਫ ਹੈ, ਇਹਦੀ ਜੱਜ ਦੀ ਵਾਈਫ ਹੈ। ਇਹਦਾ 2008 ਦੇ ਵਿੱਚ P720 2008 'ਚ ਇਹਨੇ ਉੱਥੇ ਇਹਦੀ ਇਨਰੋਲਮੈਂਟ ਹੋਈ ਹੈ। ਅਤੇ ਅੱਜ ਤੱਕ ਇੱਕ ਵੀ ਹਾਈ ਕੋਰਟ 'ਚ ਕੇਸ ਇਸ ਬੀਬਾ ਜੀ ਨੇ ਨਹੀਂ ਲੜਿਆ। ਨਹੀਂ ਜੀ, ਇਹ ਰਾਈਟ ਟੂ ਸਰਵਿਸ ਐਕਟ ਦੀ ਕਮਿਸ਼ਨ ਦੀ ਮੈਂਬਰ ਬਣੇ ਸੀ। ਅਤੇ ਅੱਜ ਤੱਕ ਇਹਨਾਂ ਨੇ ਇੱਕ ਵੀ ਕੇਸ ਨਹੀਂ ਲੜਿਆ। ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ। ਇਹਦੇ ਜਦੋਂ ਚਲੇ ਜਾਓਗੇ P720 2008 ਦੇ ਵਿੱਚ ਉਹਨੇ ਸਰਚ ਕਰੋ ਹਾਈ ਕੋਰਟ ਦੇ ਉੱਤੇ, ਅਤੇ ਮੇਰਾ ਖਿਆਲ ਹੈ ਕਿ ਉਹਦੇ 'ਚ ਆਏਗਾ ਕਿ ਨਿਲ, ਅਗਲੇ ਪਾਸੇ ਨਿਲ ਲਿਖਿਆ। ਅਤੇ ਇਹਦੀ ਇੰਨੀ ਜ਼ਰੂਰਤ ਕੀ ਸੀ। ਇਹਦੇ ਨਾਲ ਹੀ ਦੂਸਰੇ ਪਾਸੇ ਮੈਂ ਤੁਹਾਨੂੰ ਇਹਨਾਂ ਦਾ BJP ਔਰ ਅਕਾਲੀ ਦਲ ਦਾ ਨੈਕਸਸ ਦੱਸਣ ਲੱਗਾ। ਆਹ ਲਿਖਿਆ ਉਹ ਜਿਹੜੇ ਜੱਜ ਸਾਹਿਬ ਨੇ, ਜਿਹੜੇ ਹਾਈ ਕੋਰਟ ਉੱਥੋਂ ਦੇ ਸੈਸ਼ਨ ਜੱਜ ਸੀਗੇ। ਜੱਜ ਹੂ ਕਨਵਿਕਟਡ ਕਠੂਆ ਰੇਪਿਸਟ ਇਜ਼ ਬੀਇੰਗ ਪ੍ਰੂਵਡ ਬਾਈ ਕਰਪਸ਼ਨ ਬਾਈ ਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਇਹਨਾਂ ਦੇ ਉੱਤੇ ਜਿਨ੍ਹਾਂ ਨੇ ਇਹ ਕੇਸ ਦੇ ਵਿੱਚ ਉਹਨੂੰ ਬਾਬੇ ਨੂੰ ਛੱਡਿਆ ਔਰ ਬਿਨਾਂ ਕਿਸੇ ਐਵੀਡੈਂਸ ਤੋਂ ਉਹਨਾਂ ਨੇ ਉਹਨੂੰ ਬਰੀ ਕਰਤਾ। ਮੈਂ ਉਹਦੇ 'ਤੇ ਨਹੀਂ ਜਾਣਾ ਚਾਹੁੰਦਾ, ਉਹਦੇ 'ਤੇ ਹੀ ਬਾਅਦ 'ਚ ਕੋਰਟਾਂ ਦੇ ਵਿੱਚ ਜਾ ਕੇ ਗੱਲ ਕਰਾਂਗੇ। ਪਰ ਆਹ ਕਿੱਡੀ ਵੱਡਾ ਐਲੀਗੇਸ਼ਨ ਹੈ ਹਾਈ ਕੋਰਟ ਵੱਲੋਂ ਕਿ ਜੱਜ ਦੀ ਇਨਕੁਆਇਰੀ ਚੱਲ ਰਹੀ ਹੈ। ਅਤੇ ਉਹਦੇ ਵਿੱਚ ਹੀ 2019 'ਚ ਹਰਿਆਣੇ ਦੇ ਵਿੱਚ 2 days ਬਿਫੋਰ ਮਾਡਲ ਕੋਡ ਹਰਿਆਣਾ ਐਲੀਵੇਟਡ ਵਾਈਫ ਆਫ ਜੱਜ ਹੀਅਰਿੰਗ ਕਠੂਆ ਕੇਸ ਟੂ ਇਨਫੋਰਮੇਸ਼ਨ। ਇਹਨੂੰ ਇਨਫੋਰਮੇਸ਼ਨ ਪੈਨਲ ਦੀ ਇਨਫੋਰਮੇਸ਼ਨ ਜਿਹੜਾ ਕਮਿਸ਼ਨ ਹੈ ਉੱਥੇ RTI ਉਹਦਾ ਮੈਂਬਰ ਨਿਯੁਕਤ ਕਰ ਦਿੱਤਾ ਜਾਂਦਾ ਜੱਜ ਸਾਹਿਬ ਦੀ ਵਾਈਫ ਨੂੰ। ਆਹ ਗਵਰਨਰ ਸਾਹਿਬ ਸਹੁੰ ਚੁਕਾ ਰਹੇ ਨੇ। ਇਹਦਾ ਮਤਲਬ ਕਿ ਉਸ ਵੇਲੇ ਪੰਜਾਬ 'ਚ ਲੱਗੇ, ਆਹ ਹਰਿਆਣੇ 'ਚ ਕਰਦਾ। ਇਹਦਾ ਮਤਲਬ BJP ਔਰ ਅਕਾਲੀ ਦਲ ਦੋਨੋਂ ਰਲ ਕੇ ਇਹਨਾਂ ਦੀ ਮਦਦ ਕਰ ਰਹੇ ਨੇ, ਪ੍ਰੇਮੀਆਂ ਦੀ, ਔਰ ਇਹਨਾਂ ਦੇ ਬਾਬੇ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ।
ਇਹਦੇ ਤੋਂ ਵੱਧ ਹੋਰ ਹੁਣ ਕੀ ਐਲੀਗੇਸ਼ਨ ਹੋ ਸਕਦਾ ਕਿ ਇੱਕ ਪਾਸੇ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਸੁਖਬੀਰ ਬਾਦਲ ਜਵਾਬ ਦੇ, ਮੈਂ ਕਹਿੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਹ ਸਿਗਨੇਚਰ ਨੇ, ਉਹ ਆਪਣੇ ਬੇਟੇ ਨੂੰ ਪੁੱਛਣ ਕਿ ਬੇਟਾ ਜੀ ਇਹ ਮੇਰੇ ਕੋਲ ਗਲਤ ਕੰਮ, ਸਿੱਖ ਕੌਮ ਦੀ ਪਿੱਠ 'ਚ ਛੁਰਾ ਮਰਵਾਉਣ ਵਾਲਾ ਕੰਮ ਤੂੰ ਕਿਉਂ ਕੀਤਾ। ਅਤੇ ਇਹਦੇ 'ਚ ਮੈਂ ਇਹ ਵੀ ਕਰਾਂਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਹ ਸਾਰੇ ਪੇਪਰ ਮੰਗਵਾ ਕੇ ਉਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ, ਔਰ ਜਿਸ ਦਾ ਵੀ ਕਸੂਰ ਆ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਪਏਗਾ। ਜੇ 267 ਸਰੂਪ ਗੁਰੂ ਸਾਹਿਬ ਦੇ ਚੋਰੀ ਹੋ ਸਕਦੇ ਨੇ, ਅਤੇ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਚੋਰੀ ਦੇ ਸਰੂਪਾਂ ਦੀ ਇਹਨਾਂ ਨੇ FIR ਨਹੀਂ ਲਿਖੀ। ਇਹ ਵੀ ਕਹਿ ਦੇਣਗੇ ਕੱਲ੍ਹ ਨੂੰ ਕਿ ਕਾਂਗਰਸ ਨੇ ਕੀਤਾ ਸੀ, ਅਸੀਂ ਤਾਂ ਕੀਤਾ ਹੀ ਨਹੀਂ। ਇਹ ਬੜੇ ਵੱਡੇ ਸਵਾਲ ਨੇ ਜਿਹੜੇ ਪੰਜਾਬ ਦੀ ਮਾਹੌਲ ਨੂੰ ਇਹਨਾਂ ਨੇ ਖਰਾਬ ਕੀਤਾ। ਕਿੰਨੇ ਦਿਨ ਤੁਸੀਂ ਵੇਖਿਆ ਉਸ ਟਾਈਮ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ, ਲੋਕਾਂ ਦੇ ਮਨਾਂ 'ਚ ਗੁਰੂ ਸਾਹਿਬ ਦੀ ਬੇਅਦਬੀ ਦਾ ਸ਼ੋਕ ਸੀਗਾ। ਜੇ ਇਹ ਕਹਿ ਦੇਣਾ ਕਿ ਜਿਹਨੇ ਕੀਤਾ ਉਹਦਾ ਕੱਖ ਨਾ ਰਹੇ, ਜਿਹੜਾ ਝੂਠ ਬੋਲਦਾ ਉਹਦਾ ਕੱਖ ਨਾ ਰਹੇ, ਅਤੇ ਅਸੀਂ ਤਾਂ ਕਹਿੰਦੇ ਕਿ ਗੁਰੂ ਮਹਾਰਾਜ ਨੇ ਕਹਿੰਦੇ ਹੁੰਦੇ ਨਾ ਦੇਰ ਅੰਧੇਰ ਨਹੀਂ, ਗੁਰੂ ਸਾਹਿਬ ਇਨਸਾਫ ਕਰਨਗੇ। ਸਰਕਾਰਾਂ ਦੇ ਵਿੱਚ ਕਿਸੇ ਦੀ ਪੋਲੀਟੀਕਲੀ ਕੋਈ ਐਂਬੀਸ਼ਨਸ ਹੋਣਗੀਆਂ ਜਾਂ ਕੋਈ ਕੰਪਲਸ਼ਨਸ ਹੋਣਗੀਆਂ, ਪਰ ਗੁਰੂ ਤਾਂ ਕਦੀ ਮਾਫ ਨਹੀਂ ਕਰੇਗਾ। ਇਸ ਕਰਕੇ ਮੈਂ ਇਹੀ ਕਿਹਾ ਕਿ ਜਿਹੜੀ ਇਹ ਤੁਹਾਡੇ ਕੋਲ ਜਦੋਂ ਮੀਟਿੰਗ ਕਰਦੇ ਨੇ, ਅੱਜ ਆ ਸਾਰੇ ਪੇਪਰ ਤੁਸੀਂ ਲੈ ਜਿਓ, ਅਤੇ ਉਹਨਾਂ ਨੂੰ ਅਸੀਂ ਕਾਪੀਆਂ ਸਾਰੀਆਂ ਕਰਵਾ ਦਿੱਤੀਆਂ। ਜਦੋਂ ਕਦੇ ਬੋਲਦੇ ਉਹਨਾਂ ਦੇ ਅੱਗੇ ਪੁਆਇੰਟ ਬਾਈ ਪੁਆਇੰਟ ਉਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਉਹਦੇ ਬਾਅਦ ਆਪਣੇ ਆਪ ਲੋਕਾਂ ਦੇ ਸਾਹਮਣੇ ਇਹ ਚੀਜ਼ਾਂ ਚਲੀਆਂ ਜਾਣਗੀਆਂ। ਇਸ ਲਈ ਤੁਹਾਨੂੰ ਅੱਜ ਤਕਲੀਫ ਦਿੱਤੀ। ਰੰਧਾਵਾ ਸਾਹਿਬ, ਇਹ ਸਾਰੇ ਡਾਕੂਮੈਂਟ ਤੁਹਾਡੇ ਕੋਲ ਪਏ ਨੇ, ਤੇ ਤੁਸੀਂ SIT ਜਾਂ CBI ਨੂੰ ਕਿਉਂ ਨਹੀਂ ਦਿੰਦੇ? CBI ਮੇਰੀ ਗੱਲ ਸੁਣੋ, ਜਿਹੜੀ CBI ਅੱਜ ਵੀ ਜਦੋਂ ਅਸੀਂ ਚਲਾਨ ਪੇਸ਼ ਕਰ ਦਿੱਤੇ, ਇੱਥੇ 29 ਤਰੀਕ ਆ, ਇੱਥੇ ਉਹਨਾਂ ਠੋਕ ਕੇ ਅਪੋਜ਼ ਕੀਤਾ ਕਿ ਬਿਲਕੁਲ SIT ਜਿਹੜੀ ਪੰਜਾਬ ਦੀ ਉਹ ਕੇਸ ਨਹੀਂ ਲੜ ਸਕਦੀ। ਇਹਦੇ ਵਿੱਚ ਆ ਤੁਹਾਨੂੰ ਜਿਹੜਾ ਕਿਹਾ ਉੱਥੇ ਕੇਸ ਲੜਦੇ ਨੇ, ਉੱਥੇ ਕਰ ਰਹੇ ਨੇ, ਪਰ ਜਿੱਥੇ ਗਵਰਨਮੈਂਟ ਆਫ ਇੰਡੀਆ ਜਦੋਂ ਸਟੈਂਡ ਹੀ ਲੈ ਲੇ ਅਤੇ ਅਕਾਲੀ ਦਲ ਉਹਦੇ ਨਾਲ ਖੜਾ ਹੋਵੇ। ਅਕਾਲੀ ਦਲ ਨੂੰ ਖੜੇ ਹੋਣਾ ਚਾਹੀਦਾ ਪੰਜਾਬ ਗਵਰਨਮੈਂਟ ਦੇ ਨਾਲ ਕਿ ਜਿਹੜੀਆਂ ਗੁਰੂ ਦੀਆਂ ਬੇਅਦਬੀਆਂ ਹੋਈਆਂ ਨੇ, ਚਲਾਨ ਪੇਸ਼ ਹੋ ਗਿਆ। CBI ਦਾ ਕੋਈ ਕੰਮ ਨਹੀਂ ਇਹਦੇ 'ਚ ਇਨਕੁਆਇਰੀ ਕਰਨ ਦਾ, ਅਤੇ ਇਹ ਚੀਜ਼ ਤਾਂ ਹੋ ਜਾਏਗੀ। SIT ਉਹੀ ਕੰਟੀਨਿਊ ਕਰ ਰਹੀ ਆ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਬਣਾਈ ਸੀ। ਉਹਦੇ 'ਚ ਕੋਈ ਮੈਂਬਰ ਅੱਜ ਤੱਕ ਚੇਂਜ ਨਹੀਂ ਕੀਤਾ। SIT ਕੋਲ ਸਾਰੇ ਕੋਲ ਪਏ ਹੋਣਗੇ, ਉਹਨਾਂ ਨੇ ਜਿਹੜੇ ਕੋਈ ਕੀਤੇ, ਜਿਹੜੇ ਵਕੀਲ ਪੇਸ਼ ਹੋਏ ਨੇ, ਉਹ ਕਹਿੰਦੇ ਜੀ ਇਹਨਾਂ 'ਤੇ ਜੁਰੀਡਿਕਸ਼ਨ ਹੀ ਨਹੀਂ ਬਣਦੀ। ਅਤੇ ਉਹਦੇ ਬਾਅਦ ਜੇਰਾ ਪ੍ਰੇਮੀ ਹਾਈ ਕੋਰਟ 'ਚ ਚਲੇ ਗਏ ਨੇ। ਔਰ ਵੇਖੋ ਕਿੱਡੀ ਹੈਰਾਨਗੀ ਦੀ ਗੱਲ ਹੈ ਕਿ 27 ਤਰੀਕ ਨੂੰ ਉੱਥੇ ਵੀ ਹਾਈ ਕੋਰਟ ਵੀ ਚਲੇ ਜਾਂਦੇ ਨੇ, ਅਤੇ ਉਹ ਲੋਅਰ ਕੋਰਟ 'ਚ ਚਲੇ ਜਾਂਦੇ ਨੇ। ਲੋਅਰ ਕੋਰਟ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਉਹ ਹਾਈ ਕੋਰਟ ਗਏ ਨੇ, ਅਤੇ ਹਾਈ ਕੋਰਟ ਵਾਲਿਆਂ ਨੂੰ ਇਹ ਨਹੀਂ ਪਤਾ, ਕੰਸੀਲ ਕੀਤੇ ਨੇ ਉਹਨਾਂ ਨੇ ਉੱਥੇ ਉਹ ਵੀ, ਕਿ ਇਹ ਹਾਈ ਕੋਰਟ ਨੂੰ ਇਹ ਨਹੀਂ ਪਤਾ ਕਿ ਲੋਅਰ ਕੋਰਟ 'ਚ ਤੁਰੇ ਫਿਰਦੇ ਨੇ ਉੱਥੇ। ਇਸ ਕਰਕੇ ਇਹ ਬੜੀ ਡੂੰਘੀ ਕੌਂਸਪੀਰੇਸੀ ਆ, ਡੀਪ ਕੌਂਸਪੀਰੇਸੀ ਆ। ਇਹਦੇ 'ਚ ਇਕੱਲੀ ਇਹੀ ਚੀਜ਼ ਨਹੀਂ ਗੀ, ਇਹ ਸਿੱਖਾਂ ਦੀ ਹੁਣ ਆਸਥਾ ਦਾ ਵੀ ਸਵਾਲ ਆ ਗਿਆ। ਰੰਧਾਵਾ ਸਾਹਿਬ, ਇੱਕ ਗੱਲ ਕਲੀਅਰ ਕਰੋ, ਜਿਵੇਂ ਕਿ IG ਕੁੰਵਰ ਵਿਜੇ ਪ੍ਰਤਾਪ ਨੇ ਚਿੱਠੀ ਲਿਖੀ ਸੀਗੀ ਜਿਹੜੀ ਫਰੀਦਕੋਟ ਦੇ ਵਿੱਚ ਕਿ ਜੱਜ ਨੂੰ ਚੇਂਜ ਕੀਤਾ ਜਾਵੇ ਕਿ ਬਾਇਸ ਹੋ ਰਿਹਾ ਕਿਉਂਕਿ ਬਾਦਲ ਦਾ ਨਾਮ ਆ ਗਿਆ ਇਹਦੇ ਵਿੱਚ। ਉਸ ਤੋਂ ਬਾਅਦ ਕੈਪਟਨ ਇਹ ਬਿਆਨ ਦਿੰਦੇ ਹੈ ਕਿ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਨੋਮੀਨੇਟ ਨਹੀਂ ਕੀਤਾ ਕੇਸਾਂ ਦੇ ਵਿੱਚ। ਨਹੀਂ ਵੇਖੋ, ਉਹਦੇ 'ਚ ਕੈਪਟਨ ਸਾਹਿਬ ਦੀ ਵੀ ਬਿਲਕੁਲ ਠੀਕ ਸੀ। ਜਦੋਂ ਪੁੱਛਿਆ ਹੋਏਗਾ ਕਿ ਕੀ ਉਹ ਨੋਮੀਨੇਟ ਨੇ, ਜਿੰਨੀ ਦੇਰ ਨੋਮੀਨੇਸ਼ਨ ਨਹੀਂ ਉਹਨਾਂ ਦੀ ਆਏਗੀ ਕਿ ਨੋਮੀਨੇਟ ਨਹੀਂ ਕੀਤਾ ਜਾ ਸਕਦਾ, ਉਦੋਂ ਉਨੀ ਦੇਰ ਕੋਈ ਵੀ ਚੀਫ ਮਿਨਿਸਟਰ ਜਾਂ ਮੈਂ ਨਹੀਂ ਇਹ ਕਹਿ ਸਕਦਾ ਕਿ ਇਹਨਾਂ ਨੂੰ ਅਸੀਂ ਜੀ ਕਰ ਲਿਆ। ਇਹਦਾ ਮਤਲਬ ਇਨਵੈਸਟੀਗੇਸ਼ਨ 'ਤੇ ਪ੍ਰੈਸ਼ਰ ਪਾ ਰਹੇ ਕਿ ਅਸੀਂ ਪਹਿਲਾਂ ਕਹਦੇ ਕਿ ਨੋਮੀਨੇਟ ਕਰ ਦਿੱਤੇ ਨੇ। ਕਾਗਜ਼ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਨਹੀਂ, ਇਹ ਅਜੇ ਮੈਂ ਉਹਦੇ 'ਚ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਉਹਦੇ 'ਚ ਲਿਖਿਆ ਗਿਆ ਕਿ ਇੰਨੇ ਟਾਈਮ 'ਤੇ ਉੱਥੇ ਅਜੇ ਜਿਹੜਾ ਫੁੱਲ ਐਂਡ ਫਾਈਨਲ ਜਿਹੜਾ ਚਲਾਨ ਪੇਸ਼ ਨਹੀਂ ਹੋਇਆ, ਉਹਦੇ 'ਚ ਇਹ ਲਿਖਿਆ ਗਿਆ ਕਿ ਸਮੇਤ ਸੈਣੀ ਨਾਲ ਇੰਨੀ ਵਾਰ ਗੱਲ ਹੋਈ। ਉਹਦੇ ਚੀਫ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ, ਸਪੈਸ਼ਲ ਪ੍ਰਿੰਸੀਪਲ ਸੈਕਟਰੀ ਗਗਨ ਬਰਾੜ ਨਾਲ ਇੰਨੀ ਵਾਰ ਗੱਲ ਹੋਈ। ਇੰਨੀ ਵਾਰ DC ਫਰੀਦਕੋਟ ਨਾਲ ਹੋਈ, ਮਨਤਾਰ ਬਰਾੜ ਨਾਲ ਹੋਈ। ਚੀਫ ਮਿਨਿਸਟਰ ਦੇ ਨਾਲ ਇੰਨੀਆਂ ਕਾਲਾਂ ਜਿਹੜੀਆਂ ਨੇ, ਟੋਟਲ ਕੋਈ 54 ਕਾਲਸ ਜਿਹੜੀਆਂ ਨੇ ਇਹ ਚੀਫ ਮਿਨਿਸਟਰ ਹਾਊਸ ਦੇ ਵਿੱਚ ਇਹ ਚੱਲਦਾ ਰਿਹਾ ਸਾਰਾ ਡਰਾਮਾ, ਜੋ ਰਾਤ ਸਵੇਰੇ ਜਿਹੜੀ ਫਾਇਰਿੰਗ ਤੋਂ ਪਹਿਲਾਂ। ਸਭ ਤੋਂ ਵੱਡੀ ਗੱਲ ਹੈ ਕਿ ਚਰਨਜੀਤ ਸਿੰਘ ਨੇ ਜਿਹੜਾ ਆ ਇੱਕ ਚੀਜ਼ ਆ, ਦੇਖੋ ਤੁਸੀਂ ਇਹਦਾ ਵੀ ਮੈਂ ਤੁਹਾਨੂੰ ਚਰਨਜੀਤ ਸਿੰਘ ਨੇ ਜਿਹੜੀ ਕੀਤੀ ਆ ਉੱਥੇ ਹਾਈ ਕੋਰਟ ਦੇ ਵਿੱਚ, ਜਿਹੜੀਆਂ ਤੁਹਾਨੂੰ ਮੈਂ ਗੱਲਾਂ ਕਰ ਰਿਹਾ, ਉਹਦੇ 'ਚ ਚਰਨਜੀਤ ਵਾਲੇ ਕੇਸ ਦੇ ਵਿੱਚ ਹੀ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਬੋਲਿਆ ਕਿ ਉਹਦੇ ਵਿੱਚ ਤੇ CBI ਨੇ ਬੋਲਿਆ ਹੀ ਕੁਛ ਨਹੀਂ। ਚਰਨਜੀਤ ਸਿੰਘ ਕੇਸ ਕਰ ਰਿਹਾ ਕਿ ਮੇਰੀ ਜਿਹੜੀ ਮੇਰੇ 'ਤੇ ਗਲਤ ਬਣ ਰਿਹਾ, ਉਹਦੇ 'ਤੇ ਕਿਤੇ ਵੀ CBI ਨੇ ਨਹੀਂ ਕਿਹਾ ਕਿ ਅਸੀਂ ਇਹਦੀ ਕੇਸ ਦੀ ਇਨਕੁਆਇਰੀ ਕਰ ਰਹੇ ਹਾਂ। ਉਹਦੇ 'ਚ ਲਿਖਿਆ in the instant case the CBI did not seriously oppose the withdrawal of consent, ਕਿ ਉਹਨਾਂ ਨੇ ਕਿਹਾ ਹੀ ਨਹੀਂ ਕਿ CBI ਨੇ। ਉਦੋਂ ਵੀ ਬੋਲਣਾ ਚਾਹੀਦਾ ਚਰਨਜੀਤ ਵਾਲੇ ਕੇਸ 'ਚ ਵੀ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ
ਇਹ ਬੜੀ ਡੂੰਘੀ ਕੌਂਸਪੀਰੇਸੀ ਚੱਲ ਰਹੀ ਹੈ ਔਰ ਸੀਬੀਆਈ ਬਿਲਕੁਲ ਅਕਾਲੀ ਦਲ ਤੇ ਬੀਜੇਪੀ ਦੇ ਹੱਥਾਂ ਦੇ ਵਿੱਚ ਉਹਦੇ 'ਤੇ ਕੰਟਰੋਲ 'ਚ ਚੱਲ ਰਹੀ ਹੈ। ਹੁਣ ਜੇ ਇਹੀ ਚੀਜ਼ਾਂ ਆਪਾਂ ਕਰ ਲਈਏ ਕਿ ਅਕਾਲੀ ਦਲ ਕਹਿੰਦਾ ਕਿ ਉਹਨਾਂ ਦਾ ਕੱਖ ਨਾ ਰਹੇ, ਤੇ ਫਿਰ ਬੀਬਾ ਹਰਸਿਮਰਤ ਕੌਰ ਨੂੰ ਹਰਸਿਮਰਤ ਕੌਰ ਨੂੰ ਉੱਥੇ ਜਦੋਂ ਬਹਿੰਦੇ ਨੇ ਪ੍ਰਾਈਮ ਮਿਨਿਸਟਰ ਦੇ ਨਾਲ ਮੀਟਿੰਗ 'ਚ, ਉੱਥੇ ਕਹਿਣਾ ਚਾਹੀਦਾ ਕਿ ਜੀ ਸੀਬੀਆਈ ਕੋਲ ਵਾਪਸ ਲਓ, ਸੀਬੀਆਈ ਕਿਉਂ ਕੋਰਟਾਂ 'ਚ ਜਾ ਰਹੀ ਹੈ। ਇਹ ਚੀਜ਼ਾਂ ਬਣਦੀਆਂ ਨਹੀਂ ਕਰਨੀਆਂ। ਇੱਕ ਸਵਾਲ ਹੈ, ਨਵਜੋਤ ਸਿੰਘ ਸਿੱਧੂ ਨੇ ਚਿੱਠੀ ਲਿਖੀ ਕੈਪਟਨ ਅਮਰਿੰਦਰ ਅੱਜ ਯਾਰ ਇਹਨੂੰ ਨਾ ਉਹਦੇ 'ਚ ਕਰੀਏ, ਕੱਲ ਫੇਰ ਕਰ ਲਓ। ਇੱਕ ਹੀ ਸਵਾਲ ਹੈ ਤੁਸੀਂ ਉਹ ਚਲਾ ਦੇਣਾ, ਇਹਨੂੰ ਛੱਡ ਦੇਣਾ, ਉਹ ਫਿਰ ਕੱਲ ਦੇ नवजोत सिंह सिद्धू ने कैप्टन अमरिंदर सिंह को चिट्ठी लिखी है इन कैपेसिटी ऑफ एमएलए अमृतसर ईस्ट। उन्होंने कहा कि जब से मैंने रिजाइन किया है मिनिस्ट्री से तब से डेवलपमेंट रुकी पड़ी है मेरी कॉन्स्टिट्यूएंसी। मैं ਤੁਹਾਨੂੰ ਹੁਣ ਵੇਖੋ, मैं एज ए मिनिस्टर